अस्सलाम वालेकुम दोस्तों, प्रोग्राम ਵਿੱਚ ਖੁਸ਼ ਆਮਦੀਦ। ਅੱਜ ਅਸੀਂ ਜਿਸ ਮੌਜੂ ਤੇ ਗੱਲ ਕਰਨ ਜਾ ਰਹੇ ਹਾਂ ਉਹਦਾ ਤਾਲੁਕ ਪਾਕਿਸਤਾਨੀ ਕਮਿਊਨਿਟੀ ਜਿਹੜੀ ਦੂਸਰੇ ਮਮਾਲਿਕ ਦੇ ਵਿੱਚ ਮੁਕੀਮ ਹੈ ਉਹਦੇ ਨਾਲ ਬੜੇ ਬਰਾਹ ਰਾਸਤ ਤਾਲੁਕ ਹੈ। ਜਿਸ ਤਰ੍ਹਾਂ ਕਿ ਤੁਸੀਂ ਪਿਛਲੇ ਦਿਨ ਹੀ ਖਬਰਾਂ ਸੁਣੀਆਂ ਹੋਣੀਆਂ ਨੇ ਕਿ ਯੂਰਪ ਦੇ ਵਿੱਚ ਲੰਡਨ ਨੇ ਕੀ ਕੀਤਾ ਹੈ ਕਿ ਜਿੰਨੇ ਵੀ ਮੁਸਲਿਮ ਲੋਕ ਨੇ ਉਹਨਾਂ ਨੂੰ ਦੂਸਰੇ ਦਰਜੇ ਦੇ ਸ਼ਹਿਰੀ ਕਰਾਰ ਦਿੱਤਾ। ਉਸ ਤੋਂ ਇਲਾਵਾ ਉਸ ਤੋਂ ਤਕਰੀਬਨ 6 ਮਹੀਨੇ ਪਹਿਲੇ ਜਾਈਏ ਤੇ ਲੰਡਨ ਨੇ ਹੀ ਯੂਕੇ ਦੀ ਹੁਕੂਮਤ ਨੇ ਕੀ ਕੀਤਾ ਸੀ ਕਿ ਜਿਤਨੇ ਯੂਰਪੀ ਲੋਕ ਸਨ ਉਹਨਾਂ ਨੂੰ ਜਿਹੜੇ ਉੱਥੇ ਕੰਮ ਕਰਦੇ ਸਨ, ਮੁਖਤਲਿਫ ਸ਼ੋਬਿਆਂ ਦੇ ਵਿੱਚ ਲੇਬਰ ਦਾ ਕੰਮ ਕਰਦੇ ਸਨ, ਉਹਨਾਂ ਨੂੰ ਨਿਕਾਲ ਬਾਹਰ ਕੀਤਾ ਸੀਗਾ। ਜਿਸ ਤੋਂ ਬਾਅਦ ਫਿਰ ਪੂਰੇ ਯੂਰਪ ਦੇ ਵਿੱਚ ਵੀ ਇੱਕ ਬਹਿਰਾਨ ਪੈਦਾ ਹੋਇਆ, ਜਦਕਿ ਯੂਕੇ ਦੇ ਵਿੱਚ ਇਹ ਹੋਇਆ ਸੀਗਾ ਕਿ ਇੱਕ ਲੇਬਰ ਦੀ ਇੱਕ ਬਹਿਰਾਨ ਪੈਦਾ ਹੋਇਆ ਜਿਹਦੇ ਵਿੱਚ ਟਰੱਕ ਡਰਾਈਵਰ ਤੋਂ ਲੈ ਕੇ ਤੇ ਹਰ ਜਿਹੜਾ ਕਿਸਮ ਦਾ ਜਿਹੜਾ ਨਾ ਲੇਬਰ ਉਹਨਾਂ ਨੂੰ ਦਸਤਿਆਬ ਨਹੀਂ ਹੋਈ, ਜਿਸ ਦੇ ਨਤੀਜੇ ਵਿੱਚ ਫਿਰ ਉਹਨਾਂ ਨੂੰ ਫਿਰ ਦੁਬਾਰਾ ਆਪਣੀ ਪਾਲਿਸੀਜ਼ ਦੇ ਉੱਤੇ ਨਜ਼ਰਸਾਨੀ ਕਰਨੀ ਪਈ। ਅੱਛਾ, ਇਹ ਹੁਣ ਮੌਜੂਦਾ ਸੂਰਤ ਹਾਲ ਦਾ ਜਾਇਜ਼ਾ ਲਿੱਤਾ ਜਾਵੇ ਤੇ ਯੂਕੇ ਦੇ ਵਿੱਚ ਸਮੇਤ ਯੂਰਪ ਦੇ ਵਿੱਚ ਜਿਹੜਾ ਇਸ ਟਾਈਮ ਬਹਿਰਾਨ ਪੈਦਾ ਹੋਇਆ ਹੈ ਆਇਲ ਦਾ, ਬਿਜਲੀ ਦਾ ਔਰ ਉਸ ਤੋਂ ਇਲਾਵਾ ਮਹਿੰਗਾਈ ਦਾ, ਉਹ ਬਹਿਰਾਨ ਕੋਈ ਆਮ ਚੀਜ਼ ਨਹੀਂ, ਬਹੁਤ ਵੱਡਾ ਬਹਿਰਾਨ ਹੈ। ਐਸੇ ਮੁਮਾਲਿਕ ਨੇ, ਐਸੀ ਮਜ਼ਬੂਤ ਮੁਇਸ਼ਤ ਨੇ ਜਿਨ੍ਹਾਂ ਦੇ ਵਿੱਚ ਇਹ ਜਿਹੇ ਬਹਿਰਾਨ ਪੈਦਾ ਹੋਣਾ ਬੜਾ ਵੱਡਾ ਸਮਝਿਆ ਜਾਂਦਾ ਹੈ। ਸਾਡੇ ਵਰਗੇ ਮਮਾਲਿਕ ਦੇ ਵਿੱਚ ਤੇ ਬਹਿਰਾਨ ਆਏ ਰੋਜ਼ ਦੀ ਗੱਲ ਹੈ, ਆਏ ਰੋਜ਼ ਇਹੋ ਜਿਹੇ ਮਸਲੇ ਮਸਾਇਲ ਪੈਦਾ ਹੁੰਦੇ ਨੇ, ਸਾਡੇ ਵਾਸਤੇ ਆਮ ਚੀਜ਼ ਹੈ, ਲੇਕਿਨ ਇਹਨਾਂ ਮਮਾਲਿਕ ਵਾਸਤੇ ਬਹੁਤ ਅਹਿਮ ਚੀਜ਼ ਹੈ, ਜਿਹਦੇ ਨਤੀਜੇ ਤੋਂ ਤੁਸੀਂ ਦੇਖਿਆ ਕਿ ਉਹਨਾਂ ਦੇ ਵਜ਼ੀਰ ਆਜ਼ਮ ਨੇ ਚੰਦ ਦਿਨਾਂ ਦੇ ਅੰਦਰ ਅੰਦਰ ਅਸਤੀਫਾ ਦਿੱਤਾ ਔਰ ਉਹਨਾਂ ਨੇ ਕਿਹਾ ਜੀ ਕਿ ਮੈਂ ਆਪਣੇ ਮੁਇਸ਼ਤ ਨੂੰ ਨਹੀਂ ਸੰਭਾਲ ਸਕੀ। ਜਿਹਦੀ ਇਸ ਵਕਤ ਜੋ ਸਰਦਰਦ ਦੇਖਿਆ ਜਾਵੇ ਬੁਨਿਆਦੀ ਵਜ੍ਹਾ ਰਸ਼ੀਆ, ਰੂਸ ਦੀ ਤੇ ਯੂਕਰੇਨ ਦੀ ਜੰਗ ਹੈ, ਕਿਉਂਕਿ ਯੂਰਪ ਨੂੰ ਫੀਡ ਕਰਨ ਵਾਲੇ ਇਹੀ ਦੋ ਵੱਡੇ ਮਮਾਲਿਕ ਨੇ, ਤੇਲ ਤੋਂ ਲੈ ਕੇ ਆਇਲ ਔਰ ਐਗਰੀਕਲਚਰ ਜਿਹੜੀ ਪ੍ਰੋਡਕਟਸ ਨੇ ਉਹਨਾਂ ਦਾ ਦਾਰੋਮਦਾਰ, ਯੂਰਪ ਦਾ ਦਾਰੋਮਦਾਰ ਇਹਨਾਂ ਦੋਨੋਂ ਮਮਾਲਿਕ ਤੇ ਵੇ। ਯੂਕਰੇਨ ਤੇ ਵੈਸੇ ਮੁਸੀਬਤ 'ਚ ਰੂਸ ਨੇ ਹਮਲਾ ਕੀਤਾ ਹੋਇਆ, ਉਹ ਕਿਸੇ ਕਿਸਮ ਦੀ ਉਹਨਾਂ ਨੂੰ ਪ੍ਰੋਡਕਸ਼ਨਸ ਨਹੀਂ ਦੇ ਪਾ ਰਿਹਾ, ਜਦਕਿ ਰੂਸ ਨੇ ਸਿੱਧੇ ਇਨਕਾਰ ਕਰ ਦਿੱਤਾ ਹੈ ਕਿ ਯੂਰਪੀ ਮਮਾਲਿਕ ਜੋ ਹੈ ਉਹ ਅਮਰੀਕਾ ਦਾ ਸਾਥ ਦੇ ਰਹੇ ਨੇ, ਲਿਹਾਜ਼ਾ ਉਹ ਉਹਨਾਂ ਨੂੰ ਆਪਣੀ ਰਸਦ ਨਹੀਂ ਦੇਗਾ, ਆਪਣੀ ਜਿਹੜੀ ਆਇਲ ਵਗੈਰਾ ਔਰ ਦੂਸਰੀ ਚੀਜ਼ਾਂ ਨਹੀਂ ਦੇਗਾ, ਜਿਹਦਾ ਨਤੀਜਾ ਇਹ ਨਿਕਲਿਆ ਕਿ ਇਸ ਟਾਈਮ ਬਹੁਤ ਬਹਿਰਾਨੀ ਕੈਫੀਅਤ ਨਾਲ ਦੋ ਚਾਰ ਨੇ। ਇਹੀ ਸੂਰਤ ਹਾਲ ਅਗਰ ਥੋੜਾ ਜਿਹਾ ਮਾਜ਼ੀ ਦੇ ਵਿੱਚ ਦੇਖਿਆ ਜਾਵੇ ਕਿ ਪਾਕਿਸਤਾਨ ਦੇ ਵਿੱਚ ਜਦੋਂ ਇਮਰਾਨ ਖਾਨ ਜਦੋਂ ਰੂਸ ਦਾ ਦੌਰੇ ਦੇ ਵਾਸਤੇ ਗਏ ਸਨ ਤੇ ਉਸੇ ਦਿਨ ਹੀ ਰੂਸ ਨੇ ਯੂਕਰੇਨ ਦੇ ਉੱਤੇ ਮਿਜ਼ਾਈਲ ਹਮਲੇ ਔਰ ਫਜ਼ਾਈ ਹਮਲਿਆਂ ਦਾ ਸਿਲਸਿਲਾ ਸ਼ੁਰੂ ਕਰ ਦਿੱਤਾ ਗਿਆ ਸੀ, ਜਿਸ ਤੋਂ ਬਾਅਦ ਜੰਗ ਛਿੜਦੀ ਗਈ ਔਰ ਜੰਗ ਛਿੜਨ ਦਾ ਨਤੀਜਾ ਇਹ ਨਿਕਲਿਆ ਕਿ ਉਹਦੇ ਅਸਰਾਤ ਯੂਰਪ ਤੇ ਆਉਣਾ ਸ਼ੁਰੂ ਹੋਏ, ਮਹਿੰਗਾਈ ਹੋਣਾ ਸ਼ੁਰੂ ਹੋਈ ਔਰ ਉਸ ਤੋਂ ਬਾਅਦ ਉਹਦੇ ਅਸਰਾਤ ਪਾਕਿਸਤਾਨ ਤੇ ਵੀ ਆਉਣੇ ਸਨ, ਲੇਕਿਨ ਉਹ ਇਮਰਾਨ ਖਾਨ ਦੀ ਹੁਕੂਮਤ ਚਲੀ ਗਈ। ਉਹਦੇ ਜਾਣ ਤੋਂ ਬਾਅਦ ਫਿਰ ਦੂਸਰੀ ਜਦੋਂ ਹੁਕੂਮਤ ਆਈ ਤੇ ਉਹਦੇ ਜ਼ਿਹਨ 'ਚ ਸ਼ਾਇਦ ਇਹੀ ਸੀਗਾ ਕਿ ਅਸੀਂ ਹਾਲਾਤ ਨੂੰ ਕੰਟਰੋਲ ਕਰ ਲਵਾਂਗੇ, ਲੇਕਿਨ ਜਿਹੜੀ ਇੰਟਰਨੈਸ਼ਨਲ ਮਾਰਕੀਟ ਜਿਹੜੀ ਹੁੰਦੀ ਹੈ ਉਹਨੂੰ ਮੱਦੇਨਜ਼ਰ ਰੱਖਦੇ ਹੋਏ ਹੀ ਇਹ ਹਾਲਾਤ ਜਿਹੜੇ ਨਾ ਹਰ ਮੁਲਕ ਨੂੰ ਫੇਸ ਕਰਨੇ ਪੈਂਦੇ ਨੇ। ਇਹ ਨਹੀਂ ਹੈ ਕਿ ਇੰਟਰਨੈਸ਼ਨਲ ਇਕਨੋਮਿਕ ਡਿਪਰੈਸ਼ਨ ਚੱਲਦਾ ਹੋਵੇ ਔਰ ਅਸੀਂ ਆਪਣੇ ਮੁਲਕ ਨੂੰ ਬਿਹਤਰੀ ਵਾਲੇ ਪਾਸੇ ਲੈ ਜਾਈਏ, ਇਹ ਨਾਮੁਮਕਿਨ ਹੈ, ਕਿਉਂਕਿ ਸਾਰੇ ਮੁਲਕਾਂ ਦਾ ਮੁਇਸ਼ਤ ਦਾ ਦਾਰੋ ਮਦਾਰ ਇੱਕ ਦੂਸਰੇ ਦੇ ਉੱਤੇ ਹੁੰਦਾ ਔਰ ਇੰਟਰਨੈਸ਼ਨਲ ਮਾਰਕੀਟ ਜਦੋਂ ਸਲੰਪ ਵਿੱਚ ਜਾਂਦੀ ਹੈ ਤੇ ਉਸ ਟਾਈਮ ਕਿਸੇ ਛੋਟੇ ਗਰੀਬ ਮੁਲਕ ਵਾਸਤੇ ਮੁਮਕਿਨ ਨਹੀਂ ਹੈ ਕਿ ਉਹ ਆਪਣੀ ਮੁਇਸ਼ਤ ਵਿੱਚ ਬਿਹਤਰੀ ਲਿਆ ਸਕੇ। ਜਿਹਦਾ ਨਤੀਜਾ ਨਿਕਲਿਆ ਕਿ ਪਾਕਿਸਤਾਨ ਦੇ ਵਿੱਚ ਮਹਿੰਗਾਈ ਦਾ ਤੂਫਾਨ ਆਇਆ ਔਰ ਮਲਟੀਪਲਾਈ ਹੋ ਗਿਆ ਆ, ਜਿਹਦਾ ਮਲਬਾ ਸਾਰਾ ਮੁਸਲਿਮ ਲੀਗ ਨੂਨ ਉੱਤੇ ਡਿੱਗ ਪਿਆ। ਉਸ ਤੋਂ ਬਾਅਦ ਹੁਣ ਦੇ ਮੌਜੂਦਾ ਹਾਲਾਤ ਦੇ ਵਿੱਚ ਜਾਇਜ਼ਾ ਲਈਏ ਤੇ ਹੁਣ ਇਸ ਟਾਈਮ ਉਹ ਜਿਹੜੇ ਪਿਛਲੇ ਯੂਰਪ ਦੇ ਵਿੱਚ ਹਾਲਾਤ ਵਰਸਟ ਹੋਏ ਸਨ, ਬੁਰੇ ਹੋਏ ਸਨ, ਉਹਦੇ ਅਸਰਾਤ ਆਉਂਦੇ ਪਾਕਿਸਤਾਨ ਦੇ ਉੱਤੇ ਵੀ, ਅਸੀਂ ਵਰਗੇ ਮਮਾਲਿਕ ਉੱਤੇ ਵੀ ਬੜੇ ਖਰਾਬੀ ਸੂਰਤ ਹਾਲ ਪੈਦਾ ਹੋਈ। ਲੇਕਿਨ ਹੁਣ ਉਧਰਲੇ ਪਾਸੇ ਯੂਰਪ ਦੇ ਵਿੱਚ ਜੋ ਬਦਤਰੀਨ ਹਾਲਾਤ ਨੇ, ਲੋਡ ਸ਼ੇਡਿੰਗ ਤੱਕ ਹੋ ਰਹੀ ਹੈ, ਉਹ ਆਉਣ ਵਾਲੇ ਦਿਨਾਂ ਦੇ ਵਿੱਚ ਅਸੀਂ ਆਪਣੇ ਪਾਕਿਸਤਾਨ ਔਰ ਗਰੀਬ ਮਮਾਲਿਕ ਜਿਹੜੇ ਉਹਨਾਂ ਉੱਤੇ ਅਸਰਾਤ ਬੜੇ ਹੀ ਖਤਰਨਾਕ ਹੋਣ ਜਾ ਰਹੇ ਨੇ, ਉਸ ਵਾਸਤੇ ਸਾਨੂੰ ਜ਼ਿਹਨੀ ਤੌਰ 'ਤੇ ਤਿਆਰ ਰਹਿਣਾ ਚਾਹੀਦਾ ਹੈ। ਹੁਕੂਮਤ ਕੋਈ ਵੀ ਹੋਵੇ, ਚਾਹੇ ਨੂਨ ਲੀਗ ਦੀ ਹੋਵੇ, ਚਾਹੇ ਇਲੈਕਸ਼ਨ ਹੋ ਰਹੇ ਹੋਣ, ਚਾਹੇ ਨਿਗਰਾਨ ਹੁਕੂਮਤ ਹੋਵੇ, ਭਾਵੇਂ ਇਮਰਾਨ ਖਾਨ ਦੀ ਹੁਕੂਮਤ ਅਗਲੇ ਆਉਣ ਵਾਲਿਆਂ ਵਿੱਚ ਆਉਂਦੀ ਹੈ ਜਾਂ ਕਿਸੇ ਦੀ ਵੀ ਆਉਂਦੀ ਹੈ, ਹਾਲਾਤ ਦੀ ਬਿਹਤਰੀ ਦੀ ਉਮੀਦ ਨਹੀਂ ਰੱਖੀ ਜਾ ਸਕਦੀ। ਹੁਣ ਇਸ ਹਾਲਾਤ ਦੇ ਵਿੱਚ ਅਸੀਂ ਯੂਰਪ ਦੇ ਵਿੱਚ ਜੋ ਕੁਝ ਹੋ ਰਿਹਾ ਹੈ ਉਹਦੇ ਵਿੱਚ ਉਹਨਾਂ ਮੁਲਕਾਂ ਦਾ ਸਾਫ਼ ਪਾਲਿਸੀ ਹੈ ਕਿ ਉੱਥੇ ਉਹਨਾਂ ਮਮਾਲਿਕ ਦੇ ਵਿੱਚ ਸਬਸਿਡੀ ਦਾ ਕੋਈ ਕੋਈ ਤਾਲੁਕ ਨਹੀਂ ਹੈਗਾ ਕਿ ਅਕ੍ਰੋਸ ਦੀ ਬੋਰਡ ਸਭ ਨੂੰ ਸਬਸਿਡੀ ਦਿੱਤੀ ਜਾਵੇ। ਉਹ ਅਮੀਰ ਮਮਾਲਿਕ ਨੇ, ਅਮੀਰ ਮਮਾਲਿਕ ਦੇ ਵਿੱਚ ਲੋਕ ਜੋ ਕਮਾਉਂਦੇ ਨੇ ਉਹਦਾ ਜ਼ਿਆਦਾਤਰ ਹਿੱਸਾ ਟੈਕਸ ਦੀ ਸੂਰਤ 'ਚ ਹੁਕੂਮਤ ਨੂੰ, ਰਿਆਸਤ ਨੂੰ ਅਦਾ ਕਰਦੇ ਨੇ। ਉਹਦੇ ਕੁਝ ਹਿੱਸੇ ਵਿੱਚੋਂ ਫਿਰ ਹੁਕੂਮਤ ਉਹਨਾਂ ਲੋਕਾਂ ਉੱਤੇ ਖਰਚ ਕਰਦੀ ਹੈ ਜਿਹੜੇ ਕਿ ਪਿਸੇ ਹੋਏ
ਲੋਕ ਨੇ ਜਿਹੜੇ ਕੁਝ ਕਮਾ ਨਹੀਂ ਸਕਦੇ, ਫਿਰ ਉਹਨਾਂ ਨੂੰ ਉਹਨਾਂ ਦਾ ਐਜ਼ਾਜ਼ੀਆ ਸਮਝ ਲਓ ਜਾਂ ਕੋਈ ਸਟਾਈਪੈਂਡ ਦਿੱਤਾ ਜਾਂਦਾ ਹੈ, ਜਿਹਦੇ ਤੇ ਉਹ ਜ਼ਿੰਦਗੀ ਗੁਜ਼ਾਰਦੇ ਨੇ। ਹਰ ਕਿਸੇ ਨੂੰ ਇਹ ਨਹੀਂ ਹੈ ਕਿ ਆਟੇ ਉੱਤੇ ਸਬਸਿਡੀ ਦੇ ਦਿਓ, ਫਲਾਂ ਸਬਸਿਡੀ ਦੇ ਦਿਓ, ਜਿਵੇਂ ਸਾਡੇ ਇਸ ਚੀਜ਼ ਹੁੰਦੀ ਹੈ ਔਰ ਉਹਦੇ ਵਿੱਚ ਕਰਪਸ਼ਨ ਹੁੰਦੀ ਹੈ। ਉਹ ਚੀਜ਼ਾਂ ਉੱਥੇ ਨਹੀਂ ਨੇ। ਉੱਥੇ ਚੰਦ ਸਿਲੈਕਟਡ ਲੋਕਾਂ ਨੂੰ ਦਿੱਤੀ ਜਾਂਦੀ ਹੈ ਸਬਸਿਡੀ, ਜਿਹੜੇ ਕਿ ਕਮਾ ਨਹੀਂ ਸਕਦੇ, ਜਦਕਿ ਅਕ੍ਰੋਸ ਦੀ ਬੋਰਡ ਨਹੀਂ ਦਿੱਤੀ ਜਾਂਦੀ। ਔਰ ਜਿਹੜੇ ਲੋਕ ਕਮਾ ਰਹੇ ਹੁੰਦੇ ਨੇ ਉਹ ਆਪਣੀ ਇਨਕਮ ਦਾ ਜ਼ਿਆਦਾਤਰ ਹਿੱਸਾ, ਉਹ ਇੰਨੀ ਰੇਸ਼ੋ ਹੈ ਕਿ ਸਾਨੂੰ 17% ਟੈਕਸ ਜਾਂ ਫਲਾਂ ਟੈਕਸ ਥੋੜਾ ਬਹੁਤਾ 3% 2.5% ਵੀ ਦੇਣਾ ਪਵੇ ਤੇ ਸਾਡੇ ਰੋਣੇ ਪਿੱਟਣੇ ਪੈ ਜਾਂਦੇ ਨੇ। ਉਹ 40% ਤੱਕ 35% ਤੱਕ ਆਪਣੀ ਕਮਾਈ ਦਾ ਹਿੱਸਾ ਰਿਆਸਤ ਨੂੰ ਜਮ੍ਹਾਂ ਕਰਵਾਉਂਦੇ ਨੇ। ਇਹੀ ਵਜ੍ਹਾ ਹੈ ਕਿ ਉਹ ਵੈਲਫੇਅਰ ਸਟੇਟਸ ਨੇ। ਹੁਣ ਜਿਹੜੇ ਉੱਥੇ ਦੇ ਬੈਨੀਫਿਸ਼ਰੀ ਨੇ ਉਹਨਾਂ ਦਾ ਅਗਰ ਸਟੈਟਿਕਸ ਦਾ ਜਾਇਜ਼ਾ ਲਿੱਤਾ ਜਾਵੇ ਤੇ ਸਾਡੇ ਪਾਕਿਸਤਾਨੀ ਔਰ ਏਸ਼ੀਅਨ ਨੇ ਜਿਹੜੇ ਉੱਥੇ ਬੈਨੀਫਿਸ਼ਰੀ ਨੇ ਕਮਾਉਣ ਵਾਲੇ, ਉਹ ਜਿਹੜੇ ਨੇ ਉੱਥੇ ਦੇ ਲੋਕਲ ਲੋਕ ਨੇ ਉਹ ਕਮਾ ਰਹੇ ਨੇ। ਉਹਦੇ ਵਿੱਚ ਸਾਡੇ ਪਾਕਿਸਤਾਨੀ ਵੀ ਨੇ ਬਹੁਤ ਸਾਰੇ, ਜਿਹੜੇ ਉਹਨਾਂ ਦੇ ਅੰਦਰ ਸਕਿੱਲ ਹੈ ਔਰ ਉਸ ਤੋਂ ਇਲਾਵਾ ਜਿਨ੍ਹਾਂ ਦੇ ਅੰਦਰ ਪੋਟੈਂਸ਼ੀਅਲ ਹੈ ਔਰ ਉਹ ਕਮਾ ਸਕਦੇ ਨੇ, ਉਹ ਕਮਾ ਵੀ ਰਹੇ ਨੇ। ਲੇਕਿਨ ਸਾਡੇ ਬਹੁਤ ਸਾਰੇ ਪਾਕਿਸਤਾਨੀਆਂ ਦੀ ਜਾਂ ਏਸ਼ੀਅਨ ਮਮਾਲਿਕ ਦੇ ਐਸੇ ਲੋਕਾਂ ਦੀ ਤਾਦਾਦ ਬਹੁਤ ਜ਼ਿਆਦਾ ਹੋਵੇ, ਜਿਹੜੇ ਉੱਥੇ ਰਹਿ ਕੇ ਉਹ ਆਪਣਾ ਸਰਕਾਰੀ ਕੌਂਸਲ ਕੋਲੋਂ ਘਰ ਵੀ ਲਏ ਨੇ, ਕੌਂਸਲ ਕੋਲੋਂ ਖਰਚੇ ਵੀ ਲੈ ਰਹੇ ਨੇ ਔਰ ਉੱਥੇ ਰਹਿ ਰਹੇ ਨੇ। ਔਰ ਰਹਿ ਕੇ ਉੱਥੇ ਫਿਰ ਕਿਸੇ ਕਿਸਮ ਦੀ ਸਿਆਸਤਾਂ ਕਰਦੇ ਪਏ ਨੇ। ਜਿਵੇਂ ਤੁਸੀਂ ਦੇਖਦੇ ਹੋਵੋਗੇ ਨਵਾਜ਼ ਸ਼ਰੀਫ ਦੇ ਘਰ ਦੇ ਸਾਹਮਣੇ ਜਿਹੜੇ ਲੋਕ ਉੱਥੇ ਜਾ ਕੇ ਸ਼ੋਰ ਗੋਗਾ ਕਰਦੇ ਨੇ, ਉਹ ਉਹੋ ਜਿਹੇ ਹੀ ਲੋਕ ਨੇ ਜਿਨ੍ਹਾਂ ਦੀ ਅਕਸਰੀਅਤ ਜਿਹੜੀ ਹੈ ਉਹ ਸਰਕਾਰੀ ਖਾਤੇ ਤੇ ਰਹਿ ਰਹੀ ਹੈ ਔਰ ਉਸ ਤੋਂ ਬਾਅਦ ਫਿਰ ਆਪਣਾ ਨਿਜ਼ਾਮ ਚਲਾ ਰਹੀ ਹੈ ਉੱਥੇ ਰਹਿ ਕੇ। ਹੁਣ ਇਸ ਟਾਈਮ ਪੂਰੇ ਯੂਰਪ ਦੇ ਮਮਾਲਿਕ, ਖਾਸ ਤੌਰ ਤੇ UK, ਜਿਹਦੇ ਵਿੱਚ ਸਾਰੇ ਪਾਕਿਸਤਾਨੀ ਮੌਜੂਦ ਨੇ, ਤੇ ਉਹ ਇਸ ਟਾਈਮ ਦੇ ਜੋ ਮਫਾਦਾਤ ਫਾਇਦੇ ਹਾਸਲ ਕਰਦੇ ਪਏ ਨੇ। ਹੁਣ ਆਉਣ ਵਾਲੇ ਵਕਤ 'ਚ ਜਦੋਂ ਕਿ ਸਾਰੀਆਂ ਹੁਕੂਮਤਾਂ ਜਿਹੜੀਆਂ ਯੂਰਪੀ ਮਮਾਲਿਕ ਨੇ ਮੁਸ਼ਕਲਾਂ ਦੇ ਵਿੱਚ ਦੋ ਚਾਰ ਨੇ, ਉਹਨਾਂ ਦੀ ਮੁਸ਼ਤ ਦਾ ਬੁਰਾ ਹਾਲ ਹੈ, ਲੋਡ ਸ਼ੇਡਿੰਗ ਹੈ, ਆਇਲ ਪ੍ਰਾਈਸਿਸ ਵੱਧ ਗਈਆਂ ਨੇ, ਮਹਿੰਗਾਈ ਬਹੁਤ ਜ਼ਿਆਦਾ, ਇਸ ਹੱਦ ਤੱਕ ਹਾਲਾਤ बढ़ ਗਏ ਨੇ ਕਿ ਉੱਥੇ ਪੀਣ ਵਾਲਾ ਪਾਣੀ, ਜਿਹੜਾ ਪਾਣੀ ਦੀ ਪੈਟ ਬੋਤਲਾਂ ਜਿਹੜੀਆਂ ਨੇ ਉਹ ਦਸਤਿਆਬ ਨਹੀਂ ਨੇ। ਉਹਦੇ ਵਾਸਤੇ ਆਨਲਾਈਨ ਲੋਕ ਆਰਡਰ ਕਰਦੇ ਨੇ ਔਰ 5-5 ਦਿਨਾਂ ਬਾਅਦ ਲੋਕਾਂ ਨੂੰ ਆਰਡਰ ਵਸੂਲ ਹੁੰਦਾ। ਔਰ ਬਾਅਦ ਇਸ ਤਰ੍ਹਾਂ ਹੁੰਦਾ ਕਿ ਜਿੰਨੇ ਯੂਰੋਜ਼ ਦੇ ਵਿੱਚ ਉਹਨਾਂ ਨੇ ਆਰਡਰ ਦਿੱਤਾ ਵੇ ਉਹਦਾ ਰਿਵਾਈਜ਼ ਕਰਤਾ ਜਾਂਦਾ, ਉਹਨਾਂ ਨੂੰ ਦੱਸਿਆ ਜਾਂਦਾ ਜੀ ਕਿ ਜਿਹੜੀ ਕੀਮਤ ਤੁਸੀਂ ਆਰਡਰ ਕੀਤਾ ਸੀ ਉਹਦੇ ਵਿੱਚ ਚੀਜ਼ ਡਿਲੀਵਰ ਕਰਨਾ ਮੁਮਕਿਨ ਨਹੀਂ ਹੈ, ਤੁਹਾਨੂੰ ਰੇਟ बढ़ा ਕੇ ਇੰਨਾ ਦੱਸਣੇ ਪਏ ਆ, ਜੇ ਇੰਨਾ ਤੁਸੀਂ ਜਮ੍ਹਾਂ ਕਰਵਾ ਸਕਦੇ ਜੇ ਤਾਂ ਤੁਹਾਨੂੰ ਡਿਲੀਵਰੀ ਹੋਏਗੀ।